ਸੋ ਹੈਲੋ ਗਾਇਸ, ਵੈਲਕਮ ਤੁਹਾਡਾ ਸਵੈਗੀ ਅੰਬਰਸਰੀਆ ਚੈਨਲ ਵਿੱਚ। ਤੇ ਅੱਜ ਅਸੀਂ ਜਿਸ ਮੂਵੀ ਦੀ ਸਟੋਰੀ ਵੇਖਾਂਗੇ ਉਸ ਦਾ ਨਾਮ ਹੈ ਹੈਚੀ। ਇਹ ਮੂਵੀ ਇੱਕ ਰੀਅਲ ਸਟੋਰੀ ਤੇ ਬੇਸਡ ਹੈ ਤੇ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਸੋ ਕਹਾਣੀ ਸਟਾਰਟ ਹੁੰਦੀ ਹੈ ਤੇ ਸਾਨੂੰ ਇੱਕ ਸਕੂਲ ਵਿਖਾਇਆ ਜਾਂਦਾ ਹੈ ਜਿੱਥੇ ਕਿ ਕਲਾਸਰੂਮ ਵਿੱਚ ਬੱਚੇ ਆਪਣੇ ਹੀਰੋ ਬਾਰੇ ਦੱਸ ਰਹੇ ਹੁੰਦੇ ਹਨ। ਤੇ ਉੱਥੇ ਹੀ ਇੱਕ ਕੁੜੀ ਕੋਲੰਬੀਅਸ ਬਾਰੇ ਦੱਸਦੇ ਹੋਏ ਕਹਿ ਰਹੀ ਹੁੰਦੀ ਹੈ ਕਿ ਜੇਕਰ ਕੋਲੰਬੀਅਸ ਨੇ ਅਮਰੀਕਾ ਨਾ ਲੱਭਿਆ ਹੁੰਦਾ ਤਾਂ ਵੀ ਉਹ ਮੇਰਾ ਹੀਰੋ ਹੁੰਦਾ, ਕਿਉਂਕਿ ਉਹ ਇਕੱਲਾ ਹੀ ਇੱਕ ਨਿੱਕੀ ਜਿਹੀ ਬੋਟ ਤੇ ਅਮਰੀਕਾ ਨੂੰ ਲੱਭਣ ਲਈ ਚਲਾ ਗਿਆ ਸੀ, ਜੋ ਕਿ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਉਹ ਬਹੁਤ ਬਹਾਦਰ ਸਨ। ਉਸ ਦੀਆਂ ਇਹ ਗੱਲਾਂ ਸੁਣ ਕੇ ਸਾਰੀ ਕਲਾਸ ਉਸ ਦੇ ਲਈ ਤਾੜੀਆਂ ਵਜਾਉਂਦੀ ਹੈ ਅਤੇ ਉਸ ਤੋਂ ਬਾਅਦ ਇੱਕ ਮੁੰਡੇ ਦੀ ਵਾਰੀ ਆਉਂਦੀ ਹੈ ਜਿਸ ਦਾ ਨਾਮ ਹੁੰਦਾ ਹੈ ਰੋਨੀ। ਅਤੇ ਰੋਨੀ ਬਲੈਕ ਬੋਰਡ ਤੇ ਲਿਖਦਾ ਹੈ ਕਿ ਮਾਈ ਹੀਰੋ ਇਜ਼ ਹੈਚੀਕੋ। ਜਿਸ ਤੋਂ ਬਾਅਦ ਕਲਾਸ ਵਿੱਚ ਬੈਠੇ ਸਾਰੇ ਬੱਚੇ ਸੋਚਣ ਲੱਗਦੇ ਹਨ ਕਿ ਇਹ ਕੀ ਲਿਖ ਰਿਹਾ ਹੈ। ਜਿਸ ਤੋਂ ਬਾਅਦ ਰੋਨੀ ਉਹਨਾਂ ਨੂੰ ਦੱਸਦਾ ਹੈ ਕਿ ਹੈਚੀ ਉਹਨਾਂ ਦੇ ਦਾਦੇ ਦਾ ਇੱਕ ਕੁੱਤਾ ਸੀ। ਅਤੇ ਇਸ ਤੋਂ ਬਾਅਦ ਉਹ ਫਲੈਸ਼ਬੈਕ ਤੇ ਚਲਾ ਜਾਂਦਾ ਹੈ ਅਤੇ ਸਾਨੂੰ ਇੱਕ ਕਿਊਟ ਜਿਹਾ ਪੱਪੀ ਵਿਖਾਇਆ ਜਾਂਦਾ ਹੈ ਜਿਸ ਨੂੰ ਕਿ ਟ੍ਰੇਨ ਵਿੱਚੋਂ ਕਿਸੇ ਹੋਰ ਦੇਸ਼ ਵਿੱਚ ਲੈ ਕੇ ਜਾਇਆ ਜਾ ਰਿਹਾ ਹੁੰਦਾ ਹੈ, ਪਰ ਉਹ ਟ੍ਰੇਨ ਵਿੱਚੋਂ ਉਸ ਦਾ ਬਾਕਸ ਬਾਹਰ ਡਿੱਗ ਜਾਂਦਾ ਹੈ ਅਤੇ ਉਹ ਬਾਕਸ ਵਿੱਚੋਂ ਬਾਹਰ ਨਿਕਲ ਕੇ ਸਟੇਸ਼ਨ ਉੱਤੇ ਘੁੰਮਣ ਲੱਗਦਾ ਹੈ ਅਤੇ ਉਹਨੂੰ ਇੱਕ ਵਿਲਸਨ ਨਾਮ ਦਾ ਆਦਮੀ ਰੇਲਵੇ ਸਟੇਸ਼ਨ ਉੱਤੇ ਵੇਖ ਲੈਂਦਾ ਹੈ। ਵਿਲਸਨ ਇੱਕ ਯੂਨੀਵਰਸਿਟੀ ਵਿੱਚ ਮਿਊਜ਼ਿਕ ਟੀਚਰ ਹੁੰਦਾ ਹੈ ਅਤੇ ਉੱਥੇ ਦੇ ਲੋਕ ਉਸ ਦੀ ਬੜੀ ਇੱਜ਼ਤ ਕਰਦੇ ਸਨ। ਉਹ ਉਸੇ ਰੇਲਵੇ ਸਟੇਸ਼ਨ ਤੋਂ ਆਪਣੇ ਯੂਨੀਵਰਸਿਟੀ ਵਿੱਚ ਜਾਂਦਾ ਹੁੰਦਾ ਸੀ। ਵਿਲਸਨ ਰੇਲਵੇ ਸਟੇਸ਼ਨ ਦੇ ਮਾਸਟਰ ਨੂੰ ਉਹ ਪੱਪੀ ਦਿੰਦਾ ਹੈ ਤੇ ਕਹਿੰਦਾ ਹੈ ਕਿ ਇਸ ਦੇ ਮਾਲਕ ਨੂੰ ਦੇ ਦੇਵੀਂ, ਪਰ ਉਹ ਕਹਿੰਦਾ ਹੈ ਕਿ ਇਹ ਪੱਪੀ ਇੱਥੇ ਸੇਫ ਨਹੀਂ ਹੈ, ਇਸ ਨੂੰ ਤੁਸੀਂ ਆਪਣੇ ਨਾਲ ਹੀ ਲੈ ਜਾਓ। ਜਿਸ ਤੋਂ ਬਾਅਦ ਵਿਲਸਨ ਉਸ ਪੱਪੀ ਨੂੰ ਆਪਣੇ ਘਰ ਲੈ ਆਉਂਦਾ ਹੈ ਤੇ ਇੱਕ ਛੋਟੇ ਜਿਹੇ ਕਮਰੇ ਵਿੱਚ ਲੁਕਾ ਕੇ ਰੱਖ ਲੈਂਦਾ ਹੈ, ਕਿਉਂਕਿ ਉਸ ਦੀ ਵਾਈਫ ਕੇਟ ਨੂੰ ਕੁੱਤੇ ਨਹੀਂ ਪਸੰਦ ਹੁੰਦੇ ਤੇ ਉਹ ਨਹੀਂ ਚਾਹੁੰਦਾ ਸੀ ਕਿ ਉਸ ਦੀ ਵਾਈਫ ਨੂੰ ਪਤਾ ਲੱਗੇ ਕਿ ਉਹ ਘਰ ਵਿੱਚ ਪੱਪੀ ਲੈ ਕੇ ਆਇਆ ਹੈ। ਪਰ ਫਿਰ ਵੀ ਕੇਟ ਉਸ ਪੱਪੀ ਨੂੰ ਵੇਖ ਲੈਂਦੀ ਹੈ ਅਤੇ ਉਹ ਵਿਲਸਨ ਤੋਂ ਪੁੱਛਦੀ ਹੈ ਕਿ ਸਾਡੇ ਘਰ ਵਿੱਚ ਇਹ ਪੱਪੀ ਕਿੱਥੋਂ ਆਇਆ। ਜਿਸ ਤੋਂ ਬਾਅਦ ਵਿਲਸਨ ਉਸ ਨੂੰ ਸਾਰੀ ਗੱਲ ਦੱਸਦਾ ਹੈ ਤੇ ਕਹਿੰਦਾ ਹੈ ਕਿ ਕੱਲ੍ਹ ਸਵੇਰੇ ਉਹ ਇਸ ਨੂੰ ਕਿਤੇ ਦੂਰ ਛੱਡ ਆਵੇਗਾ। ਫਿਰ ਅਗਲੀ ਸਵੇਰ ਅਸੀਂ ਵਿਲਸਨ ਦੀ ਕੁੜੀ ਐਂਡੀ ਨੂੰ ਵੇਖਦੇ ਹਾਂ ਜਿਸ ਨੂੰ ਕਿ ਉਹ ਪੱਪੀ ਬੜਾ ਪਸੰਦ ਹੁੰਦਾ ਹੈ ਤੇ ਉਹ ਆਪਣੀ ਮੋਮ ਨੂੰ ਕਹਿੰਦੀ ਹੈ ਕਿ ਅਸੀਂ ਇਸ ਨੂੰ ਘਰ ਵਿੱਚ ਰੱਖ ਲਈਏ, ਪਰ ਕੇਟ ਉਸ ਨੂੰ ਘਰ ਵਿੱਚ ਰੱਖਣ ਤੋਂ ਮਨਾ ਕਰਦੀ ਹੈ। ਜਿਸ ਤੋਂ ਬਾਅਦ ਵਿਲਸਨ ਉਸ ਨੂੰ ਆਪਣੇ ਨਾਲ ਡੌਗ ਹਾਊਸ ਲੈ ਜਾਂਦਾ ਹੈ ਜਿੱਥੇ ਕਿ ਗਵਾਚੇ ਹੋਏ ਕੁੱਤੇ ਰੱਖੇ ਜਾਂਦੇ ਸਨ। ਉੱਥੇ ਦਾ ਓਨਰ ਕਹਿੰਦਾ ਹੈ ਕਿ ਮੈਂ ਇਸ ਨੂੰ ਰੱਖ ਤੇ ਲਵਾਂਗਾ, ਪਰ ਇਹ ਇੱਥੇ ਸਰਵਾਈਵ ਨਹੀਂ ਕਰ ਸਕਦਾ ਕਿਉਂਕਿ ਇਹ ਬਹੁਤ ਛੋਟਾ ਹੈ। ਤੇ ਉਹ ਉਸ ਨੂੰ ਕਹਿੰਦਾ ਹੈ ਕਿ ਤੁਸੀਂ ਇਸ ਕੁੱਤੇ ਨੂੰ ਕਿਸੇ ਐਨੀਮਲ ਲਵਰ ਨੂੰ ਦੇ ਦਿਓ। ਜਿਸ ਤੋਂ ਬਾਅਦ ਵਿਲਸਨ ਉਸ ਪੱਪੀ ਨੂੰ ਆਪਣੇ ਨਾਲ ਆਪਣੀ ਇੱਕ ਫਰੈਂਡ ਕੋਲ ਲੈ ਜਾਂਦਾ ਹੈ ਜੋ ਕਿ ਐਨੀਮਲ ਲਵਰ ਹੁੰਦੀ ਹੈ, ਪਰ ਉਹ ਉਸ ਪੱਪੀ ਨੂੰ ਲੈਣ ਤੋਂ ਮਨਾ ਕਰਦੀ ਹੈ ਕਿਉਂਕਿ ਉਸਨੇ ਕੁਝ ਦਿਨ ਪਹਿਲੇ ਹੀ ਇੱਕ ਕੈਟ ਨੂੰ ਅਡੋਪਟ ਕੀਤਾ ਹੁੰਦਾ ਹੈ। ਵਿਲਸਨ ਆਪਣੇ ਨਾਲ ਉਸ ਪੱਪੀ ਨੂੰ ਆਪਣੀ ਯੂਨੀਵਰਸਿਟੀ ਲੈ ਜਾਂਦਾ ਹੈ ਅਤੇ ਉਹ ਜਦੋਂ ਮਿਊਜ਼ਿਕ ਦੀ ਪ੍ਰੈਕਟਿਸ ਕਰਵਾ ਰਿਹਾ ਹੁੰਦਾ ਹੈ ਤਾਂ ਉਹ ਪੱਪੀ ਉਹਨਾਂ ਦੀ ਸਟੇਜ 'ਤੇ ਘੁੰਮ ਰਿਹਾ ਹੁੰਦਾ ਹੈ ਅਤੇ ਬੜਾ ਕਿਊਟ ਲੱਗ ਰਿਹਾ ਹੁੰਦਾ ਹੈ, ਜਿਸ ਕਰਕੇ ਵਿਲਸਨ ਵੀ ਉਸ ਨੂੰ ਕੁਝ ਨਹੀਂ ਕਹਿੰਦਾ। ਕਲਾਸ ਖਤਮ ਹੋਣ ਤੋਂ ਬਾਅਦ ਵਿਲਸਨ ਉਸ ਪੱਪੀ ਨੂੰ ਆਪਣੇ ਨਾਲ ਇੱਕ ਜੈਪਨੀਜ਼ ਫਰੈਂਡ ਕੋਲ ਲੈ ਜਾਂਦਾ ਹੈ ਕਿਉਂਕਿ ਉਸ ਕੁੱਤੇ ਦੇ ਗਲੇ ਵਿੱਚ ਇੱਕ ਪੱਟਾ ਹੁੰਦਾ ਹੈ ਜਿਸ ਉੱਤੇ ਜੈਪਨੀਜ਼ ਲਿਖੀ ਹੁੰਦੀ ਹੈ। ਕੈਨ ਵਿਲਸਨ ਨੂੰ ਦੱਸਦਾ ਹੈ ਕਿ ਇਹ ਕੁੱਤਾ ਜਾਪਾਨ ਤੋਂ ਹੈ ਅਤੇ ਇਹ ਇੱਕ ਬਹੁਤ ਹੀ ਵਧੀਆ ਬਰੀਡ ਹੈ, ਇਹ ਕੋਈ ਆਮ ਬਰੀਡ ਨਹੀਂ ਹੈ। ਵਿਲਸਨ ਕੈਨ ਨੂੰ ਇਹ ਪੱਪੀ ਰੱਖਣ ਲਈ ਕਹਿੰਦਾ ਹੈ, ਪਰ ਉਹ ਕੈਨ ਉਸ ਨੂੰ ਕਹਿੰਦਾ ਹੈ ਕਿ ਇਸ ਨੇ ਆਪਣਾ ਮਾਲਕ ਚੁਣ ਲਿਆ ਹੈ ਅਤੇ ਉਹ ਤੂੰ ਹੀ ਹੈ। ਜਿਸ ਤੋਂ ਬਾਅਦ ਵਿਲਸਨ ਉਸ ਪੱਪੀ ਨੂੰ ਆਪਣੇ ਘਰ ਲੈ ਆਉਂਦਾ ਹੈ ਤੇ ਉਸ ਦੇ ਨਾਮ ਦੇ ਪੋਸਟਰ ਲਗਾ ਦਿੰਦਾ ਹੈ ਕਿ ਜੇਕਰ ਕਿਸੇ ਨੇ ਇਸ ਪੱਪੀ ਨੂੰ ਅਡੋਪਟ ਕਰਨਾ ਹੈ ਤਾਂ ਉਹ ਕਾਲ ਕਰ ਲਵੇ। ਜਿਸ ਤੋਂ ਬਾਅਦ ਵਿਲਸਨ ਉਸ ਨੂੰ ਆਪਣੇ ਨਾਲ ਆਪਣੇ ਘਰ ਫੇਰ ਲੈ ਆਉਂਦਾ ਹੈ ਅਤੇ ਉਹ ਪੱਪੀ ਕੈਟ ਦਾ ਇੱਕ ਪ੍ਰੋਜੈਕਟ ਤੋੜ ਦਿੰਦਾ ਹੈ ਜੋ ਕਿ ਉਸਨੇ ਆਪਣੇ ਕਾਲਜ ਲਈ ਬਣਾਇਆ ਹੁੰਦਾ ਹੈ। ਜਿਸ ਤੋਂ ਬਾਅਦ ਵਿਲਸਨ ਉਸ ਪੱਪੀ ਨੂੰ ਘਰ ਦੇ ਬਾਹਰ ਇੱਕ ਕਮਰੇ ਵਿੱਚ ਰੱਖ ਦਿੰਦਾ ਹੈ ਤੇ ਉਹ ਕੇਟ ਨੂੰ ਕਹਿੰਦਾ ਹੈ ਕਿ ਮੈਂ ਹੈਚੀ ਦੇ ਪੋਸਟਰ ਲਗਾ ਦਿੱਤੇ ਹਨ, ਜਲਦੀ ਹੀ ਇਸ ਨੂੰ ਕੋਈ ਅਡੋਪਟ ਕਰ ਲਵੇਗਾ। ਕੇਟ ਉਸ ਤੋਂ ਪੁੱਛਦੀ ਹੈ ਕਿ ਤੂੰ ਇਸ ਦਾ ਨਾਂ ਵੀ ਰੱਖ ਦਿੱਤਾ ਹੈ। ਇਸੇ ਤਰ੍ਹਾਂ ਇੱਕ ਰਾਤ ਬਹੁਤ ਤੇਜ਼ ਮੀਂਹ ਪੈ ਰਿਹਾ ਹੁੰਦਾ ਹੈ ਤੇ ਵਿਲਸਨ ਨੂੰ ਯਾਦ ਆਉਂਦਾ ਹੈ ਕਿ ਉਸਨੇ ਹੈਚੀ ਨੂੰ ਬਾਹਰ ਰੱਖਿਆ ਹੈ। ਉਹ ਹੈਚੀ ਨੂੰ ਆਪਣੇ ਘਰ ਲੈ ਆਉਂਦਾ ਹੈ ਅਤੇ ਥੱਲੇ ਹੀ ਸੋਫੇ ਵਿੱਚ ਸੋ ਜਾਂਦਾ ਹੈ। ਤੇ ਜਦ ਕੇਟ ਨੂੰ ਪਤਾ ਲੱਗਦਾ ਹੈ ਕਿ ਵਿਲਸਨ ਰੂਮ ਵਿੱਚ ਨਹੀਂ ਹੈ ਤਾਂ ਉਹ ਥੱਲੇ ਆ ਕੇ ਵੇਖਦੀ ਹੈ ਕਿ ਉਹ ਸੋਫੇ ਉੱਤੇ ਸੁੱਤਾ ਹੈ ਅਤੇ ਉਹ ਫਿਰ ਵਿਲਸਨ ਤੋਂ ਮਾफ़ੀ ਮੰਗਦੀ ਹੈ ਤੇ ਕਹਿੰਦੀ ਹੈ ਕਿ ਮੇਰੇ ਕਰਕੇ ਤੁਹਾਨੂੰ ਥੱਲੇ ਸੌਣਾ ਪਿਆ। ਅਤੇ ਅਗਲੇ ਦਿਨ ਵਿਲਸਨ ਹੈਚੀ ਨੂੰ ਬੋਲ ਫੜਨੀ ਸਿਖਾ ਰਿਹਾ ਹੁੰਦਾ ਹੈ। ਉਹ ਬੋਲ ਸੁੱਟਦਾ ਹੈ ਪਰ ਹੈਚੀ ਉਸ ਨੂੰ ਫੜ ਕੇ ਨਹੀਂ ਲਿਆਉਂਦਾ ਅਤੇ ਵਿਲਸਨ ਦੀ ਕੁੜੀ ਵੀ ਹੈਚੀ ਨਾਲ ਖੇਡ ਰਹੀ ਹੁੰਦੀ ਹੈ। ਉਸੇ ਟਾਈਮ ਕੈਟ ਨੂੰ ਕਿਸੇ ਦੀ ਕੋਲ ਆਉਂਦੀ ਹੈ ਜੋ ਕਿ ਹੈਚੀ ਨੂੰ ਅਡੋਪਟ ਕਰਨਾ ਚਾਹੁੰਦਾ ਹੈ।
ਪਰ ਕੇਟ ਵਿਲਸਨ ਅਤੇ ਆਪਣੀ ਕੁੜੀ ਨੂੰ ਹੈਚੀ ਨਾਲ ਖੇਡਦੇ ਵੇਖ ਕੇ ਉਸ ਬੰਦੇ ਨੂੰ ਕਹਿ ਦਿੰਦੇ ਹਨ ਕਿ ਹੈਚੀ ਨੂੰ ਕਿਸੇ ਨੇ ਅਡੋਪਟ ਕਰ ਲਿਆ ਹੈ ਅਤੇ ਇਸੇ ਤਰ੍ਹਾਂ ਹੈਚੀ ਵੱਡਾ ਹੋ ਜਾਂਦਾ ਹੈ ਅਤੇ ਉਹ ਵਿਲਸਨ ਨਾਲ ਖੇਡਦਾ ਰਹਿੰਦਾ ਹੈ ਅਤੇ ਵਿਲਸਨ ਵੀ ਉਸ ਨੂੰ ਆਪਣਾ ਸਾਰਾ ਟਾਈਮ ਦਿੰਦਾ ਹੈ। ਜਦ ਵਿਲਸਨ ਯੂਨੀਵਰਸਿਟੀ ਲਈ ਜਾ ਰਿਹਾ ਹੁੰਦਾ ਹੈ ਤਾਂ ਵਿਲਸਨ ਵੀ ਉਸ ਦੇ ਪਿੱਛੇ ਸਟੇਸ਼ਨ ਪਹੁੰਚ ਜਾਂਦਾ ਹੈ। ਵਿਲਸਨ ਉਸ ਨੂੰ ਰੇਲਵੇ ਸਟੇਸ਼ਨ 'ਤੇ ਵੇਖ ਕੇ ਫਿਰ ਵਾਪਸ ਉਸ ਨੂੰ ਘਰ ਛੱਡਣ ਆਉਂਦਾ ਹੈ ਅਤੇ ਉਸ ਦੀ ਵਾਈਫ ਵੀ ਉਸ ਨੂੰ ਉੱਥੇ ਵੇਖ ਲੈਂਦੀ ਹੈ ਅਤੇ ਵਿਲਸਨ ਨੂੰ ਕਹਿੰਦੀ ਹੈ ਕਿ ਤੁਹਾਨੂੰ ਇਸ ਟਾਈਮ ਯੂਨੀਵਰਸਿਟੀ ਹੋਣਾ ਚਾਹੀਦਾ ਸੀ ਅਤੇ ਵਿਲਸਨ ਉਸ ਨੂੰ ਕਹਿੰਦਾ ਹੈ ਕਿ ਮੈਂ ਹੈਚੀ ਨੂੰ ਵਾਪਸ ਛੱਡਣ ਆਇਆ ਹਾਂ ਅਤੇ ਉਸ ਦੀ ਵਾਈਫ ਕਹਿੰਦੀ ਹੈ ਕਿ ਮੈਂ ਹੈਚੀ ਦਾ ਧਿਆਨ ਰੱਖਦੀ ਹਾਂ, ਤੁਸੀਂ ਆਪਣੇ ਯੂਨੀਵਰਸਿਟੀ ਵਾਪਸ ਜਾਓ। ਅਤੇ ਫਿਰ ਜਦ ਸ਼ਾਮ ਹੁੰਦੀ ਹੈ ਤਾਂ ਹੈਚੀ ਫਿਰ ਰੇਲਵੇ ਸਟੇਸ਼ਨ ਪਹੁੰਚ ਜਾਂਦਾ ਹੈ ਅਤੇ ਵਿਲਸਨ ਦੇ ਨਾਲ ਘਰ ਆਉਂਦਾ ਹੈ ਅਤੇ ਫਿਰ ਇਹ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਹੈਚੀ ਹਰ ਰੋਜ਼ ਸਵੇਰੇ ਵਿਲਸਨ ਨਾਲ ਰੇਲਵੇ ਸਟੇਸ਼ਨ ਜਾਂਦਾ ਸੀ ਅਤੇ ਸ਼ਾਮ ਨੂੰ ਜਦੋਂ ਵਿਲਸਨ ਨੇ ਆਉਣਾ ਹੁੰਦਾ ਸੀ ਤਾਂ ਉਹ ਰੇਲਵੇ ਸਟੇਸ਼ਨ ਪਹੁੰਚ ਜਾਂਦਾ ਸੀ ਅਤੇ ਵਿਲਸਨ ਦੇ ਨਾਲ ਹੀ ਘਰ ਆਉਂਦਾ ਸੀ ਅਤੇ ਉਹ ਦੋਵੇਂ ਇਸ ਤਰ੍ਹਾਂ ਹੀ ਇਕੱਠੇ ਟਾਈਮ ਸਪੈਂਡ ਕਰਦੇ ਸਨ। ਵਿਲਸਨ ਆਪਣੇ ਫਰੈਂਡ ਕੈਨ ਕੋਲ ਜਾਂਦਾ ਹੈ ਅਤੇ ਉਸ ਨੂੰ ਪੁੱਛਦਾ ਹੈ ਕਿ ਮੈਂ ਜਦ ਬੋਲ ਸੁੱਟਦਾ ਹਾਂ ਤਾਂ ਹੈਚੀ ਉਸ ਨੂੰ ਵਾਪਸ ਫੜ ਕੇ ਕਿਉਂ ਨਹੀਂ ਲਿਆਂਦਾ, ਜਿਸ 'ਤੇ ਕੈਨ ਉਸ ਨੂੰ ਦੱਸਦਾ ਹੈ ਕਿ ਹੈਚੀ ਕੋਈ ਨੋਰਮਲ ਬਰੀਡ ਵਾਲਾ ਕੁੱਤਾ ਨਹੀਂ ਹੈ, ਇਹ ਬਹੁਤ ਹੀ ਸਪੈਸ਼ਲ ਕੁੱਤਾ ਹੈ ਅਤੇ ਇਹ ਆਮ ਤੌਰ 'ਤੇ ਬੋਲ ਨੂੰ ਫੜ ਕੇ ਵਾਪਸ ਨਹੀਂ ਲਿਆਉਂਦੇ ਅਤੇ ਜੇਕਰ ਇਹ ਕਿਸੇ ਦਿਨ ਇਸ ਤਰ੍ਹਾਂ ਕਰੇ ਤਾਂ ਇਸਦਾ ਮਤਲਬ ਉਹ ਕੋਈ ਵਜ੍ਹਾ ਕਰਕੇ ਇੱਦਾਂ ਕਰ ਰਿਹਾ ਹੈ ਅਤੇ ਵਿਲਸਨ ਉਸ ਨੂੰ ਕਹਿੰਦਾ ਹੈ ਕਿ ਮੈਂ ਇਸ ਰਾਜ ਬਾਰੇ ਜ਼ਰੂਰ ਪਤਾ ਕਰਾਂਗਾ। ਅਤੇ ਫਿਰ ਇਸ ਤਰ੍ਹਾਂ ਹੀ ਸਰਦੀਆਂ ਦਾ ਟਾਈਮ ਆ ਜਾਂਦਾ ਹੈ ਅਤੇ ਵਿਲਸਨ ਦੀ ਕੁੜੀ ਐਂਡੀ ਆਪਣੇ ਪਿਤਾ ਨੂੰ ਦੱਸਦੀ ਹੈ ਕਿ ਉਹ ਪ੍ਰੈਗਨੈਂਟ ਹੈ ਅਤੇ ਇਹ ਗੱਲ ਸੁਣ ਕੇ ਵਿਲਸਨ ਬਹੁਤ ਖੁਸ਼ ਹੁੰਦਾ ਹੈ ਅਤੇ ਉਹਨਾਂ ਨੂੰ ਖੁਸ਼ ਹੁੰਦਾ ਵੇਖ ਕੇ ਹੈਚੀ ਵੀ ਖੁਸ਼ ਹੋ ਰਿਹਾ ਹੁੰਦਾ ਹੈ। ਹਰ ਰੋਜ਼ ਦੀ ਤਰ੍ਹਾਂ ਵਿਲਸਨ ਇੱਕ ਦਿਨ ਆਪਣੀ ਯੂਨੀਵਰਸਿਟੀ ਜਾ ਰਿਹਾ ਹੁੰਦਾ ਹੈ ਅਤੇ ਉਹ ਹੈਚੀਗੋ ਨੂੰ ਆਪਣੇ ਨਾਲ ਜਾਣ ਲਈ ਕਹਿੰਦਾ ਹੈ, ਪਰ ਹੈਚੀਗੋ ਪਹਿਲੀ ਵਾਰੀ ਉਸ ਨਾਲ ਜਾਣ ਤੋਂ ਮਨਾ ਕਰਦਾ ਹੈ ਅਤੇ ਉਸ ਉੱਤੇ ਭੌਂਕ ਰਿਹਾ ਹੁੰਦਾ ਹੈ। ਵਿਲਸਨ ਉਸ ਨੂੰ ਪੁੱਛਦਾ ਹੈ ਕਿ ਤੂੰ ਜਾਣਾ ਹੈ ਕਿ ਨਹੀਂ, ਪਰ ਉਹ ਉਸ ਨਾਲ ਨਹੀਂ ਜਾਂਦਾ, ਜਿਸ 'ਤੇ ਕਿ ਵਿਲਸਨ ਇਕੱਲਾ ਹੀ ਸਟੇਸ਼ਨ ਵੱਲ ਨਿਕਲ ਜਾਂਦਾ ਹੈ। ਹੈਚੀਗੋ ਆਪਣੇ ਰੂਮ ਵਿੱਚ ਜਾਂਦਾ ਹੈ ਅਤੇ ਉਸੇ ਬੋਲ ਨੂੰ ਫੜ ਕੇ ਜਿਸ ਨਾਲ ਉਹ ਖੇਡਦਾ ਹੁੰਦਾ ਸੀ ਸਟੇਸ਼ਨ ਵੱਲ ਭੱਜ ਜਾਂਦਾ ਹੈ ਅਤੇ ਸਟੇਸ਼ਨ ਉੱਤੇ ਵਿਲਸਨ ਹੈਚੀਗੋ ਦੀ ਵੇਟ ਕਰ ਰਿਹਾ ਹੁੰਦਾ ਹੈ। ਉਸ ਨੂੰ ਲੱਗ ਰਿਹਾ ਹੁੰਦਾ ਹੈ ਕਿ ਹੈਚੀਗੋ ਜ਼ਰੂਰ ਆਵੇਗਾ ਅਤੇ ਉੱਥੇ ਹੀ ਹੈਚੀਗੋ ਆ ਜਾਂਦਾ ਹੈ ਅਤੇ ਉਸ ਦੇ ਹੱਥ ਵਿੱਚ ਬੋਲ ਫੜਾਉਂਦਾ ਹੈ, ਜਿਸ 'ਤੇ ਵਿਲਸਨ ਉਸ ਨੂੰ ਕਹਿੰਦਾ ਹੈ ਅੱਛਾ ਤੂੰ ਮੇਰੇ ਨਾਲ ਖੇਡਣਾ ਚਾਹੁੰਦਾ ਹੈ ਅਤੇ ਉਹ ਉਸ ਬੋਲ ਨੂੰ ਦੂਰ ਸੁੱਟਦਾ ਹੈ, ਜਿਸ ਤੋਂ ਬਾਅਦ ਹੈਚੀਗੋ ਉਸ ਬੋਲ ਨੂੰ ਫੜ ਕੇ ਵਿਲਸਨ ਦੇ ਕੋਲ ਲਿਆਉਂਦਾ ਹੈ। ਇਹ ਪਹਿਲੀ ਵਾਰੀ ਹੋ ਰਿਹਾ ਹੁੰਦਾ ਹੈ ਕਿ ਹੈਚੀਗੋ ਬੋਲ ਨੂੰ ਫੜ ਕੇ ਵਾਪਸ ਲਿਆ ਰਿਹਾ ਹੁੰਦਾ ਹੈ। ਇਹ ਦੇਖ ਕੇ ਵਿਲਸਨ ਵੀ ਬੜਾ ਖੁਸ਼ ਹੋ ਰਿਹਾ ਹੁੰਦਾ ਹੈ ਅਤੇ ਉਹ ਉੱਥੇ ਦੇ ਲੋਕਾਂ ਨੂੰ ਦੱਸ ਰਿਹਾ ਹੁੰਦਾ ਹੈ ਕਿ ਆਹ ਵੇਖੋ ਇਹ ਬੋਲ ਵਾਪਸ ਫੜ ਕੇ ਲਿਆ ਰਿਹਾ ਹੈ ਅਤੇ ਇਹ ਇਸ ਨੇ ਪਹਿਲੀ ਵਾਰੀ ਕੀਤਾ ਹੈ। ਇਹ ਕਹਿੰਦਾ ਹੈ ਇਹ ਕਿੰਨੇ ਵਧੀਆ ਤਰੀਕੇ ਨਾਲ ਬੋਲ ਫੜ ਕੇ ਲਿਆਉਂਦਾ ਹੈ। ਅਤੇ ਫਿਰ ਵਿਲਸਨ ਦੀ ਟ੍ਰੇਨ ਆ ਜਾਂਦੀ ਹੈ ਅਤੇ ਉਹ ਟ੍ਰੇਨ ਉੱਤੇ ਬੈਠ ਕੇ ਜਾਣ ਲੱਗਦਾ ਹੈ, ਜਿਸ ਤੋਂ ਬਾਅਦ ਹੈਚੀਗੋ ਉਸ 'ਤੇ ਭੌਂਕਣ ਲੱਗਦਾ ਹੈ ਅਤੇ ਇਸ ਤਰ੍ਹਾਂ ਲੱਗ ਰਿਹਾ ਹੁੰਦਾ ਹੈ ਜਿਵੇਂ ਕਿ ਉਹ ਉਸ ਨੂੰ ਜਾਣ ਤੋਂ ਰੋਕ ਰਿਹਾ ਹੁੰਦਾ ਹੈ, ਪਰ ਵਿਲਸਨ ਟ੍ਰੇਨ ਵਿੱਚ ਬੈਠ ਕੇ ਚਲਾ ਜਾਂਦਾ ਹੈ ਅਤੇ ਹੈਚੀਗੋ ਉਸ ਜਾਂਦੀ ਹੋਈ ਟ੍ਰੇਨ ਵੱਲ ਵੇਖ ਕੇ ਉਦਾਸ ਹੋ ਰਿਹਾ ਹੁੰਦਾ ਹੈ, ਜਿਵੇਂ ਕਿ ਉਸਦਾ ਕੋਈ ਆਪਣਾ ਉਸ ਤੋਂ ਦੂਰ ਜਾ ਰਿਹਾ ਹੁੰਦਾ ਹੈ। ਯੂਨੀਵਰਸਿਟੀ ਵਿੱਚ ਵਿਲਸਨ ਆਪਣੇ ਸਟੂਡੈਂਟਸ ਨੂੰ ਮਿਊਜ਼ਿਕ ਸਿਖਾ ਰਿਹਾ ਹੁੰਦਾ ਹੈ ਅਤੇ ਅਚਾਨਕ ਉਸ ਨੂੰ ਕੁਝ ਠੀਕ ਨਹੀਂ ਲੱਗਦਾ ਅਤੇ ਉਹ ਆਪਣੇ ਇੱਕ ਸਟੂਡੈਂਟ ਕੋਲ ਆ ਕੇ ਬੈਠ ਜਾਂਦਾ ਹੈ, ਜਿਸ ਤੋਂ ਬਾਅਦ ਉਸ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ ਅਤੇ ਉਹ ਉੱਥੇ ਹੀ ਮਰ ਜਾਂਦਾ ਹੈ। ਅਤੇ ਦੂਸਰੇ ਪਾਸੇ ਹੈਚੀਗੋ ਫਿਰ ਰੇਲਵੇ ਸਟੇਸ਼ਨ ਜਾਂਦਾ ਹੈ ਵਿਲਸਨ ਨੂੰ ਲੈਣ ਲਈ, ਪਰ ਉੱਥੇ ਵਿਲਸਨ ਨਹੀਂ ਆਉਂਦਾ। ਰਾਤ ਹੋ ਜਾਂਦੀ ਹੈ ਅਤੇ ਬਰਫ਼ ਡਿੱਗਣ ਲੱਗਦੀ ਹੈ, ਪਰ ਹੈਚੀਗੋ ਉੱਥੋਂ ਨਹੀਂ ਹਿਲਦਾ। ਉਹ ਵਿਲਸਨ ਦੀ ਵੇਟ ਕਰ ਰਿਹਾ ਹੁੰਦਾ ਹੈ, ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਹੁਣ ਜਿਸ ਦੀ ਵੇਟ ਕਰ ਰਿਹਾ ਹੈ ਉਸ ਨੇ ਹੁਣ ਕਦੇ ਵੀ ਨਹੀਂ ਆਉਣਾ। ਅਤੇ ਫਿਰ ਰਾਤ ਨੂੰ ਐਂਡੀ ਦਾ ਹਸਬੈਂਡ ਸਟੇਸ਼ਨ ਆਉਂਦਾ ਹੈ ਅਤੇ ਉਹ ਹੈਚੀ ਨੂੰ ਆਪਣੇ ਨਾਲ ਵਾਪਸ ਘਰ ਲੈ ਆਉਂਦਾ ਹੈ ਅਤੇ ਫਿਰ ਅਗਲੇ ਦਿਨ ਵਿਲਸਨ ਦਾ ਫਿਊਨਰਲ ਕੀਤਾ ਜਾਂਦਾ ਹੈ ਅਤੇ ਸ਼ਾਮ ਨੂੰ ਫਿਰ ਹੈਚੀਗੋ ਸਟੇਸ਼ਨ ਪਹੁੰਚ ਜਾਂਦਾ ਹੈ ਵਿਲਸਨ ਦੀ ਵੇਟ ਕਰਨ ਲਈ। ਉਹ ਸਾਰੀ ਸ਼ਾਮ ਉੱਥੇ ਬੈਠਾ ਰਹਿੰਦਾ ਹੈ। ਸ਼ਾਮ ਨੂੰ ਫਿਰ ਹੈਚੀ ਸਟੇਸ਼ਨ ਪਹੁੰਚ ਜਾਂਦਾ ਹੈ ਵਿਲਸਨ ਨੂੰ ਲੈ ਕੇ ਆਉਣ ਲਈ, ਪਰ ਉਹ ਉੱਥੇ ਬੈਠਾ ਰਹਿੰਦਾ ਹੈ ਅਤੇ ਵਿਲਸਨ ਨਹੀਂ ਆਉਂਦਾ। ਉੱਥੇ ਦਾ ਸਟੇਸ਼ਨ ਮਾਸਟਰ ਹੈਚੀ ਕੋਲ ਆਉਂਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਤੂੰ ਹੁਣ ਘਰ ਚਲਾ ਜਾ, ਜਿਸ ਦੀ ਤੂੰ ਵੇਟ ਕਰ ਰਿਹਾ ਹੈ ਉਸ ਨੇ ਨਹੀਂ ਆਉਣਾ। ਕੁਝ ਦਿਨ ਬਾਅਦ ਅਸੀਂ ਵੇਖਦੇ ਹਾਂ ਕਿ ਕੇਟ ਉਹ ਘਰ ਛੱਡ ਰਹੀ ਹੁੰਦੀ ਹੈ ਕਿਉਂਕਿ ਵਿਲਸਨ ਤੋਂ ਬਿਨਾਂ ਉਸਦਾ ਉੱਥੇ ਦਿਲ ਨਹੀਂ ਲੱਗ ਰਿਹਾ ਹੁੰਦਾ ਅਤੇ ਹੈਚੀ ਨੂੰ ਉਹ ਆਪਣੀ ਕੁੜੀ ਐਂਡੀ ਦੇ ਘਰ ਭੇਜ ਦਿੰਦੀ ਹੈ। ਪਰ ਹੈਚੀ ਐਂਡੀ ਦੇ ਘਰ ਤੋਂ ਭੱਜ ਕੇ ਵੀ ਸਟੇਸ਼ਨ 'ਤੇ ਪਹੁੰਚ ਜਾਂਦਾ ਹੈ ਅਤੇ ਉੱਥੇ ਜਾ ਕੇ ਉਹ ਵਿਲਸਨ ਦੀ ਵੇਟ ਕਰਨ ਲੱਗਦਾ ਹੈ। ਸਟੇਸ਼ਨ ਐਂਡੀ ਦੇ ਘਰ ਤੋਂ ਬਹੁਤ ਜ਼ਿਆਦਾ ਦੂਰ ਹੁੰਦਾ ਹੈ, ਪਰ ਤਾਂ ਵੀ ਹੈਚੀ ਉੱਥੇ ਪਹੁੰਚ ਜਾਂਦਾ ਹੈ
ਜਿਸ ਤੋਂ ਬਾਅਦ ਐਂਡੀ ਉਸਨੂੰ ਫਿਰ ਵਾਪਸ ਘਰ ਲਿਆਉਂਦੀ ਹੈ, ਪਰ ਉਸਨੂੰ ਪਤਾ ਲੱਗ ਜਾਂਦਾ ਹੈ ਕਿ ਹੈਚੀ ਦਾ ਇੱਥੇ ਦਿਲ ਨਹੀਂ ਲੱਗ ਰਿਹਾ। ਫਿਰ ਟ੍ਰੇਨ ਦੀ ਆਵਾਜ਼ ਆਉਂਦੀ ਹੈ ਅਤੇ ਹੈਚੀ ਭੱਜ ਕੇ ਗੇਟ ਵੱਲ ਜਾਂਦਾ ਹੈ ਅਤੇ ਗੇਟ ਬੰਦ ਹੁੰਦਾ ਹੈ। ਜਿਸ ਤੋਂ ਬਾਅਦ ਐਂਡੀ ਗੇਟ ਖੋਲ੍ਹਦੀ ਹੈ ਅਤੇ ਹੈਚੀ ਉਸ ਵੱਲ ਇਮੋਸ਼ਨਲ ਜਿਹਾ ਹੋ ਕੇ ਵੇਖਦਾ ਹੈ ਅਤੇ ਉਸਦਾ ਹੱਥ ਛੱਡ ਕੇ ਫਿਰ ਉੱਥੋਂ ਦੀ ਚਲਾ ਜਾਂਦਾ ਹੈ ਅਤੇ ਉਹ ਸਟੇਸ਼ਨ 'ਤੇ ਜਾ ਕੇ ਬੈਠ ਜਾਂਦਾ ਹੈ। ਅਤੇ ਇਸੇ ਤਰ੍ਹਾਂ ਉਹ ਜਿੱਥੇ ਵੀ ਹੋਵੇ ਸ਼ਾਮ ਵੇਲੇ ਉਹ ਸਟੇਸ਼ਨ ਪਹੁੰਚ ਜਾਂਦਾ ਹੈ ਅਤੇ ਸਟੇਸ਼ਨ ਦੇ ਲੋਕ ਵੀ ਉਸ ਨੂੰ ਜਾਣਨ ਲੱਗਦੇ ਹਨ ਅਤੇ ਉਸ ਨਾਲ ਦੋਸਤੀ ਕਰ ਲੈਂਦੇ ਹਨ। ਸਟੇਸ਼ਨ ਦੇ ਲੋਕ ਉਸ ਨੂੰ ਖਾਣਾ ਅਤੇ ਪਾਣੀ ਦੇਣ ਲੱਗਦੇ ਹਨ ਅਤੇ ਉਸ ਦੀ ਵਫਾਦਾਰੀ ਦੀਆਂ ਗੱਲਾਂ ਸਾਰੇ ਪਾਸੇ ਹੋਣ ਲੱਗਦੀਆਂ ਹਨ ਕਿ ਅੱਜ ਦੇ ਸਮੇਂ ਵਿੱਚ ਕੋਈ ਇਨਸਾਨ ਵੀ ਇਨਸਾਨ ਲਈ ਇੰਨਾ ਨਹੀਂ ਕਰਦਾ ਜਿੰਨਾ ਕਿ ਇਹ ਕੁੱਤਾ ਇੱਕ ਇਨਸਾਨ ਲਈ ਕਰ ਰਿਹਾ ਹੈ। ਅਤੇ ਹੈਚੀ ਹਰ ਰੋਜ਼ ਉਸ ਸਟੇਸ਼ਨ ਉੱਤੇ ਆ ਕੇ ਬੈਠ ਜਾਂਦਾ ਹੈ, ਵਿਲਸਨ ਦੀ ਵੇਟ ਕਰਦਾ ਰਹਿੰਦਾ ਸੀ। ਇਸੇ ਤਰ੍ਹਾਂ ਕਿੰਨੇ ਸਾਲ, ਕਿੰਨੀਆਂ ਰੁੱਤਾਂ ਅਤੇ ਕਿੰਨੇ ਹੀ ਮੌਸਮ ਹੁੰਦੇ ਹਨ, ਪਰ ਹੈਚੀ ਹਰ ਰੋਜ਼ ਸ਼ਾਮ ਨੂੰ ਉੱਥੇ ਪਹੁੰਚ ਜਾਂਦਾ ਹੈ। ਅਤੇ ਇਸੇ ਤਰ੍ਹਾਂ 9 ਸਾਲ ਬੀਤ ਜਾਂਦੇ ਹਨ ਅਤੇ ਹੁਣ ਹੈਚੀ ਬੁੱਢਾ ਹੋ ਗਿਆ ਹੁੰਦਾ ਹੈ ਅਤੇ ਉੱਥੇ ਇੱਕ ਦਿਨ ਕੇਟ ਆਉਂਦੀ ਹੈ ਵਿਲਸਨ ਦੀ ਕਬਰ 'ਤੇ ਜਾਣ ਲਈ ਅਤੇ ਉਹ ਹੈਚੀ ਨੂੰ ਹਜੇ ਵੀ ਉੱਥੇ ਵੇਖ ਕੇ ਹੈਰਾਨ ਹੋ ਜਾਂਦੀ ਹੈ ਅਤੇ ਉਹ ਉਸ ਨੂੰ ਪੁੱਛਦੀ ਹੈ ਕਿ ਤੂੰ ਹਜੇ ਤੱਕ ਉਸ ਦੀ ਵੇਟ ਕਰ ਰਿਹਾ ਹੈ ਅਤੇ ਉਸ ਨਾਲ ਬੈਠ ਕੇ ਗੱਲਾਂ ਕਰਦੀ ਹੈ ਜੋ ਕਿ ਬਹੁਤ ਹੀ ਇਮੋਸ਼ਨਲ ਹੁੰਦੀਆਂ ਹਨ। ਅਤੇ ਉੱਥੇ ਦੇ ਜੋ ਦੁਕਾਨਦਾਰ ਹੁੰਦੇ ਹਨ ਉਹ ਉਹਨਾਂ ਦੋਵਾਂ ਦੀਆਂ ਗੱਲਾਂ ਸੁਣ ਕੇ ਇਮੋਸ਼ਨਲ ਹੋ ਜਾਂਦੇ ਹਨ ਅਤੇ ਰੋਣ ਲੱਗਦੇ ਹਨ। ਅਤੇ ਫਿਰ ਸਾਨੂੰ ਹੈਚੀ ਵਿਖਾਇਆ ਜਾਂਦਾ ਹੈ ਜੋ ਕਿ ਵਿਲਸਨ ਦੀ ਵੇਟ ਕਰ ਰਿਹਾ ਹੁੰਦਾ ਹੈ ਅਤੇ ਬਰਫ਼ ਡਿੱਗ ਰਹੀ ਹੁੰਦੀ ਹੈ ਅਤੇ ਹੈਚੀ ਲਈ ਇੱਕ ਹੋਰ ਇੰਤਜ਼ਾਰ ਦੀ ਰਾਤ ਆ ਗਈ ਹੁੰਦੀ ਹੈ, ਪਰ ਇਹ ਉਸਦੀ ਅੱਜ ਆਖਰੀ ਇੰਤਜ਼ਾਰ ਦੀ ਰਾਤ ਹੁੰਦੀ ਹੈ ਕਿਉਂਕਿ ਅੱਜ ਉਹ ਵਿਲਸਨ ਨੂੰ ਮਿਲੇਗਾ, ਇੱਥੇ ਨਹੀਂ ਪਰ ਉੱਤੇ ਜ਼ਰੂਰ, ਕਿਉਂਕਿ ਹੈਚੀ ਵਿਲਸਨ ਦਾ ਇੰਤਜ਼ਾਰ ਕਰਦੇ ਕਰਦੇ ਮਰ ਜਾਂਦਾ ਹੈ। ਅਤੇ ਫਿਰ ਸਾਨੂੰ ਪ੍ਰੈਜ਼ੈਂਟ ਟਾਈਮ ਵਿਖਾਇਆ ਜਾਂਦਾ ਹੈ ਜਿੱਥੇ ਕਿ ਰੋਨੀ ਆਪਣੀ ਕਲਾਸ ਵਿੱਚ ਇਹ ਕਹਾਣੀ ਸੁਣਾ ਰਿਹਾ ਹੁੰਦਾ ਹੈ ਜਿਸ ਨੂੰ ਸੁਣ ਕੇ ਕਿ ਸਾਰੇ ਬੱਚੇ ਰੋਣ ਲੱਗਦੇ ਹਨ। ਅਤੇ ਫਿਰ ਸਾਨੂੰ ਦੱਸਿਆ ਜਾਂਦਾ ਹੈ ਕਿ ਇਹ ਇੱਕ ਸੱਚੀ ਸਟੋਰੀ ਸੀ ਅਤੇ ਅਸਲੀ ਹੈਚੀ ਦੀ ਫੋਟੋ ਵੀ ਵਿਖਾਈ ਜਾਂਦੀ ਹੈ ਜੋ ਕਿ 1934 ਦੀ ਹੁੰਦੀ ਹੈ ਅਤੇ ਨਾਲ ਹੀ ਹੈਚੀਕੋ ਦਾ ਇੱਕ ਸਟੈਚੂ ਵੀ ਬਣਾਇਆ ਹੋਇਆ ਹੈ। ਸੋ ਇਹ ਸੀ ਹੈਚੀ ਮੂਵੀ ਦੀ ਸਟੋਰੀ। ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ।